ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਹੀ ਮੁੱਦਾ ਭਖਿਆ ਹੋਇਆ। ਤਾਂ ਤੁਸੀਂ ਦੇਖਿਆ ਹੋਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੇ ਬੈਂਚ ਤੇ ਮੇਜ਼ ਜਿਹੜੇ ਉਹ ਚੱਕ ਕੇ ਬਾਹਰ ਸੁੱਟ ਦਿੱਤੇ ਗਏ। ਸੋ ਸਾਡਾ ਬੈਕ ਦਾ ਕੜ ਪਾਟ ਜਾਵੇ, ਜਾਣਾ ਨਹੀਂ ਹੁੰਦਾ, ਸਾਡੇ ਚੂਲੇ 'ਚ ਫ੍ਰੈਕਚਰ ਆ ਜਾਵੇ ਜਾਂ ਲੱਤ ਵਿੱਚ ਜਾਂ ਗੋਡੇ ਵਿੱਚ ਫ੍ਰੈਕਚਰ ਆ ਜਾਵੇ, ਫਿਰ ਅਸੀਂ ਬੇਟਾ ਉੱਥੇ ਨੀਚੇ ਨਹੀਂ ਬੈਠ ਸਕਦੇ। ਨਹੀਂ, ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਕੁਰਸੀਆਂ ਲੱਗਣੀਆਂ ਠੀਕ ਨੇ ਤੁਹਾਡੇ ਨਹੀਂ, ਸਾਹਮਣੇ? ਬਿਲਕੁਲ ਨਹੀਂ, ਗਲਤ ਨੇ। ਬਾਹਰ ਵੀ ਲੱਗ ਸਕਦੀਆਂ ਨੇ, ਬਾਹਰ ਲੱਗ ਜਾ, ਅੱਗੇ ਪਿੱਛੇ ਜਿੱਥੇ ਮਰਜ਼ੀ ਅਗਲਾ ਬਹਿ। ਮੇਰੀ ਲੱਤ ਟੁੱਟੀ ਹੋਈ ਹੈ 5 ਥਾਵਾਂ ਤੋਂ। ਮੈਂ ਬਹੁਤ ਔਖੀ ਸੀ, ਸੀਸਗੰਜ ਸਾਹਿਬ ਮੱਥਾ ਟੇਕਿਆ ਸੀ, ਬਹੁਤ ਔਖਾ ਬੈਠਿਆ ਜਾਂਦਾ ਹੈ, ਅਸੀਂ ਨਹੀਂ ਬਹਿ ਸਕਦੇ ਇਸ ਤਰ੍ਹਾਂ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਠੀਕ ਲੱਗਦਾ ਹੋਣਾ ਚਾਹੀਦਾ? ਉਹ ਵੀ ਤਾਂ ਆਪਣਾ ਪਿਓ ਹੈ ਨਾ। ਜੇ ਆਪਾਂ ਪਿਓ ਕੋਲੇ ਆ ਕੇ ਆਪਣਾ ਦੁੱਖ ਸੁੱਖ ਨਹੀਂ ਸਾਂਝਾ ਕਰ ਸਕਾਂਗੇ ਤੇ ਫਿਰ ਆਪਾਂ ਕਿੱਥੇ ਜਾ ਕੇ ਕਰਾਂਗੇ? ਬੜਾ ਚੰਗਾ ਹੈ, ਇਹ ਤਾਂ ਬਹੁਤ ਦੇਰ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਕੁਰਸੀਆਂ ਲੱਗਣੀਆਂ ਨਹੀਂ ਚਾਹੀਦੀਆਂ ਸੀ ਗੁਰੂ ਘਰਾਂ ਦੇ ਵਿੱਚ। ਰੱਬ ਤਾਂ ਦਿਲ 'ਚ ਵਸਦਾ ਹੈ ਸਾਡੇ। ਜੇ ਅਸੀਂ ਉਹ ਦਿਲ ਦਾ ਸਤਿਕਾਰ ਨਹੀਂ ਕਰਾਂਗੇ, ਅਸੀਂ ਬਜ਼ੁਰਗ ਦਾ ਸਤਿਕਾਰ ਨਹੀਂ ਕਰਾਂਗੇ ਤੇ ਫਿਰ ਆਪਣੇ ਵੱਡੇ ਪਿਓ ਦਾ ਕਿਵੇਂ ਕਰਾਂਗੇ? ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਅਸੀਂ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਸਿੱਖ ਬੈਠੇ ਸੀ, ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਰਹੇ ਹਾਂ ਕਿ ਉਹ ਉੱਥੇ ਕੁਰਸੀਆਂ ਲਾਉਂਦੇ ਨੇ, ਲੰਗਰਾਂ ਦੇ ਵਿੱਚ ਮੇਜ਼ ਲਾਉਂਦੇ ਨੇ। ਤੇ ਹੌਲੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਚੀਜ਼ਾਂ ਜਿਹੜੀਆਂ ਅਸੀਂ ਆਪ ਨਿੰਦਦੇ ਰਹੇ ਹਾਂ ਉੱਥੇ ਦੇ ਲੋਕਾਂ ਨੂੰ ਗਾਲਾਂ ਕੱਢਦੇ ਰਹੇ ਹਾਂ, ਤੇ ਉਹ ਕਦੋਂ ਸਾਡੇ ਇੱਥੇ ਪਿੰਡ ਦੇ ਵਿੱਚ ਸਾਰਾ ਕੁਝ ਹੋ ਗਿਆ, ਸਾਨੂੰ ਆਪ ਨੂੰ ਨਹੀਂ ਪਤਾ ਲੱਗਿਆ। ਜਿੰਨੇ ਪ੍ਰਾਈਵੇਟ ਜਾਂ ਸੰਸਥਾਵਾਂ ਦੇ ਗੁਰਦੁਆਰਾ ਸਾਹਿਬ ਨੇ, ਸਿੰਘ ਸਭਾਵਾਂ ਦੇ ਨੇ, ਉਹਨਾਂ ਦੇ ਵਿੱਚ ਨਾ ਕਈਆਂ ਥਾਵਾਂ 'ਤੇ ਜਿਹੜੀਆਂ ਉਹ ਕੁਰਸੀਆਂ ਲੱਗੀਆਂ ਨੇ, ਉਹਨਾਂ ਕੁਰਸੀਆਂ ਨੂੰ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਉਦੋਂ ਦਾ ਨਹੀਂ ਮੰਨਿਆ। ਹੁਣ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਇਹ ਬੀੜਾ ਚੁੱਕਿਆ। ਕੁਰਸੀਆਂ ਦਾ ਕਲਚਰ ਇਹ ਸਾਡਾ ਨਹੀਂ ਹੈ, ਇਹ ਚਰਚਾਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਲਾਇਆ ਜਾਂਦਾ ਹੈ। ਉੱਥੇ ਵੀ ਇੱਕ ਕਾਰਨ ਹੈ ਕਿਉਂਕਿ ਗੋਡੇ ਗਿੱਟੇ ਜਿਹੜੇ ਨੇ ਉਹਨਾਂ ਦੇ ਮੁੜਦੇ ਨਹੀਂ ਤੇ ਉਹ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ। ਸਾਡੇ ਲੋਕ ਤਾਂ ਤਪੱਸਿਆ ਕਰਦੇ ਆ। ਨਹੀਂ, ਇਹ ਤੇ ਦੇਖੋ ਬਜ਼ੁਰਗ ਅੱਜ ਤੇ ਕੋਈ ਨਵੀਂ ਗੱਲ ਨਹੀਂ ਹੈ ਵੀ ਇਸ ਤੋਂ ਪਹਿਲਾਂ ਲੋਕ ਬਜ਼ੁਰਗ ਨਹੀਂ ਸੀਗੇ। ਬਜ਼ੁਰਗ ਤੇ ਪਹਿਲਾਂ ਪਿੱਛੇ ਤੋਂ ਚੱਲਦੇ ਆ ਰਹੇ ਆ, ਪਰ ਤੁਸੀਂ ਇਹ ਵੇਖੋ ਕਿ ਉਹ ਜੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਅਨਪੜ੍ਹ ਸੀਗੇ, ਉਹਨਾਂ ਨੂੰ ਕੀ ਬਹੁਤਾ ਗਿਆਨ ਨਹੀਂ ਸੀ, ਪਰ ਉਹਨਾਂ ਨੂੰ ਗੁਰੂ ਪ੍ਰਤੀ ਉਹਨਾਂ ਦਾ ਇੰਨਾ ਪਿਆਰ, ਉਹਨਾਂ ਦੇ ਅੰਦਰ ਇੰਨਾ ਸਤਿਕਾਰ ਸੀ ਕਿ ਉਹ ਜੇ ਕਿਸੇ ਦਾ ਕੋਈ ਬੈਠਣ ਦੇ ਵਿੱਚ ਕਿਸੇ ਨੂੰ ਤਕਲੀਫ ਵੀ ਸੀ ਤਾਂ ਉਹ ਦਰਬਾਰ 'ਚ ਜਾ ਕੇ ਨਾਲ ਦੇ ਨੂੰ ਕਹਿੰਦੇ ਸਨ ਵੀ ਲੈ ਭਾਈ ਮੈਨੂੰ ਫੜ ਕੇ 2 ਜਣੇ ਇੱਕ ਵਾਰੀ ਬਿਠਾ ਦਿਓ। ਪਰ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਵੀ ਅਸੀਂ ਗੁਰੂ ਦੇ ਸਾਹਮਣੇ ਉੱਚੀ ਜਗ੍ਹਾ 'ਤੇ ਬੈਠਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ। ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਹੀ ਮੁੱਦਾ ਭਖਿਆ ਹੋਇਆ। ਤਾਂ ਤੁਸੀਂ ਦੇਖਿਆ ਹੋਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੇ ਬੈਂਚ ਤੇ ਮੇਜ਼ ਜਿਹੜੇ ਆ ਉਹ ਚੱਕ ਕੇ ਬਾਹਰ ਸੁੱਟ ਦਿੱਤੇ ਗਏ, ਪਾੜ ਦਿੱਤੇ ਗਏ। ਤਾਂ ਕਈ ਥਾਵਾਂ ਤੋਂ ਇਹ ਵੀ ਸੁਣਨ ਨੂੰ ਮਿਲਿਆ ਕਿ ਅੱਗ ਵੀ ਲਗਾ ਦਿੱਤੀ ਗਈ ਜਿਹੜੀਆਂ ਕੁਰਸੀਆਂ ਚੱਕੀਆਂ। ਤਾਂ ਭਾਵੇਂ ਜਲੰਧਰ ਦੀ ਗੱਲ ਕੀਤੀ ਜਾਵੇ, ਜਲੰਧਰ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੀ, ਤਾਂ ਕਪੂਰਥਲੇ ਦੀ, ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਜਿਹੜਾ ਹੁਣ ਕੁਝ ਜਿਹੜੀਆਂ ਜਥੇਬੰਦੀਆਂ ਦੇ ਵੱਲੋਂ, ਨਿਹੰਗ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਤੋਂ ਕੁਰਸੀਆਂ ਤੇ ਜਿਹੜੇ ਟੇਬਲ ਲੱਗੇ ਨੇ ਉਹਨਾਂ ਨੂੰ ਬਾਹਰ ਸੁੱਟਿਆ ਜਾ ਰਿਹਾ। ਤਾਂ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ। ਤਾਂ ਇੱਥੇ ਕੁਝ ਲੋਕ ਜਿਹੜੇ ਨੇ ਮੱਥਾ ਟੇਕਣ ਆਏ ਹੋਏ ਨੇ। ਲੋਕਾਂ ਦੀਆਂ ਭਾਵਨਾਵਾਂ ਦੇਖਾਂਗੇ ਕਿ ਲੋਕ ਇਸ ਨੂੰ ਕਿੰਨਾ ਕੁ ਜਾਇਜ਼ ਸਮਝਦੇ ਨੇ ਔਰ ਕਿੰਨਾ ਕੁ ਠੀਕ ਸਮਝਦੇ ਕਿ ਸਹੀ ਹੈ ਕੁਰਸੀਆਂ ਲੱਗਣੀਆਂ ਜਾਂ ਗਲਤ ਹੈਗਾ। ਤਾਂ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਮੈਨੇਜਮੈਂਟ ਦੇ ਨਾਲ ਗੱਲਬਾਤ ਵੀ ਕਰਾਂਗੇ। ਤਾਂ ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰਵਿੰਦਰ ਕੌਰ ਹੈ। ਮੈਡਮ, ਕਿਸ ਤਰ੍ਹਾਂ ਮਾਤਾ ਜੀ ਦੇਖਦੇ ਹੋ ਤੁਸੀਂ ਜਿਹੜਾ ਕਿ ਕੁਰਸੀਆਂ ਦੀ ਗੱਲ ਕਹੀ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿ ਬਾਹਰ ਕੱਢ ਦੇਣੀਆਂ ਚਾਹੀਦੀਆਂ ਨੇ ਔਰ ਕੱਢੀਆਂ ਵੀ ਨੇ ਕੁਝ ਥਾਵਾਂ ਤੋਂ? ਹਾਂਜੀ, ਕੁਝ ਥਾਵਾਂ ਤੋਂ ਕੱਢੀਆਂ ਨੇ, ਪਰ ਮੈਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੀ ਹਾਂ ਸਹਿਮਤ ਹਾਂ ਵੀ ਅਸੀਂ ਡਾਂਸ ਕਰ ਸਕਦੇ ਹਾਂ ਬੁੱਢੇ ਹੋ ਕੇ, ਤਾਂ ਗੁਰੂ ਦੇ ਤਾਬਿਆਂ ਵਿੱਚ ਨਹੀਂ ਵਿੱਚ ਵੀ ਬਹਿ ਸਕਦੇ ਹਾਂ। ਪਰ ਜਦੋਂ ਸਾਡਾ ਬੈਕ ਦਾ ਕੜ ਪਾਟ ਜਾਵੇ, ਜਾਣਾ ਨਹੀਂ ਹੁੰਦਾ, ਸਾਡੇ ਚੂਲੇ 'ਚ ਫ੍ਰੈਕਚਰ ਆ ਜਾਵੇ ਜਾਂ ਲੱਤ ਵਿੱਚ ਜਾਂ ਗੋਡੇ ਵਿੱਚ ਫ੍ਰੈਕਚਰ ਆ ਜਾਵੇ, ਫਿਰ ਅਸੀਂ ਬੇਟਾ ਉੱਥੇ ਨੀਚੇ ਨਹੀਂ ਬੈਠ ਸਕਦੇ। ਮੇਰੇ ਨਾਲ ਆਪਣੀ ਬੀਤੀ ਹੋਈ ਹੈ, ਮੇਰੀ ਲੱਤ ਟੁੱਟੀ ਹੋਈ ਹੈ 5 ਥਾਵਾਂ ਤੋਂ। ਮੈਂ ਬਹੁਤ ਔਖੀ ਸੀ, ਸੀਸਗੰਜ ਸਾਹਿਬ ਮੱਥਾ ਟੇਕਿਆ ਸੀ, ਬਹੁਤ ਔਖਾ ਬੈਠਿਆ ਜਾਂਦਾ ਹੈ, ਅਸੀਂ ਨਹੀਂ ਬਹਿ ਸਕਦੇ ਇਸ ਤਰ੍ਹਾਂ। ਜਦੋਂ ਫਿਰ ਸਾਨੂੰ ਥੋੜ੍ਹਾ ਜਿਹਾ ਕੋਈ ਚੀਜ਼ ਜਿਵੇਂ ਕੋਈ ਸਪੋਰਟ ਬੈਠਣ ਨੂੰ ਚਾਹੀਦੀ ਹੈ ਜਾਂ ਕੋਈ ਫੜ ਕੇ ਉੱਠਣ ਨੂੰ ਚਾਹੀਦੀ ਹੈ, ਬਜ਼ੁਰਗਾਂ ਵਾਸਤੇ ਤਾਂ ਅਲਾਓ ਹੋਣਾ ਚਾਹੀਦਾ ਥੋੜ੍ਹਾ ਜਿਹਾ। ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਠੀਕ ਲੱਗਦਾ ਹੋਣਾ ਚਾਹੀਦਾ? ਉਹ ਵੀ ਤਾਂ ਆਪਣਾ ਪਿਓ ਹੈ ਨਾ। ਜੇ ਆਪਾਂ ਪਿਓ ਕੋਲੇ ਆ ਕੇ ਆਪਣਾ ਦੁੱਖ ਸੁੱਖ ਨਹੀਂ ਸਾਂਝਾ ਕਰ ਸਕਾਂਗੇ ਤੇ ਫਿਰ ਆਪਾਂ ਕਿੱਥੇ ਜਾ ਕੇ ਕਰਾਂਗੇ? ਸਾਡਾ ਪਿਓ ਹੈ ਉਹ।
ਉਹਦੇ ਕੋਲ ਆ ਕੇ ਅਸੀਂ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਾਂ। ਮੈਨੂੰ ਪਤਾ ਹੈ ਮੇਰੇ ਕੋਲ ਮੱਥਾ ਨਹੀਂ ਸੀ ਟਿਕਦਾ ਪਿਆ, ਮੈਂ ਉੱਚੀ ਉੱਚੀ ਰੋ ਰਹੀ ਸੀ, ਮੈਨੂੰ ਕਿਸੇ ਨੇ ਨਹੀਂ ਫੜਿਆ ਸੀ ਔਰ ਮੇਰਾ ਗੋਡਾ ਟੁੱਟਿਆ ਹੋਇਆ ਸੀ, ਗੋਡਾ ਐਡਾ ਸਵੈਲਿੰਗ ਆਈ ਪਈ ਸੀ, ਫ੍ਰੈਕਚਰ ਹੋਇਆ ਹੋਇਆ ਸੀ, ਪਰ ਮੈਂ ਉਹਦੇ ਆਪਦੇ ਪਿਓ ਕੋਲ ਰੋਈ ਸੀ ਔਰ ਮੈਂ ਪੌੜੀਆਂ ਤੇ ਬੈਠੀ ਸੀ। ਪਰ ਜਲੰਧਰ ਦੇ ਗੁਰਦੁਆਰਾ ਸਾਹਿਬ, ਕਪੂਰਥਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਪਿੰਡਾਂ ਤੋਂ ਜਿਹੜੇ ਕੁਰਸੀਆਂ ਬਾਹਰ ਕਰ ਦਿੱਤੇ ਆ। ਫਿਰ ਬੇਟੇ ਹੀ ਇਜ਼ ਰੋਂਗ। ਐਸ ਠੀਕ ਹੈ ਵੀ ਸਾਡੇ ਵਰਗੇ ਤਾਂ ਨਾ ਬੈਠਣ, ਜਿਹੜੇ ਕਿ ਚੱਲ ਫਿਰ ਸਕਦੇ ਨੇ, ਉਹ ਵੀ ਉੱਠ ਉੱਠ ਕੇ ਬੈਠਣ ਲੱਗੇ ਨੇ, ਪਰ ਜਿਵੇਂ ਸਾਡੇ ਤੋਂ ਬਜ਼ੁਰਗ ਜਿਹੜੇ 70-80 ਸਾਲ ਦੇ ਹੋਏ ਹੁੰਦੇ ਨੇ, ਤੁਰ ਫਿਰ ਕੇ ਆ ਸਕਦੇ ਨੇ, ਤੁਰਦੇ ਆਉਂਦੇ ਆ, ਹੌਲੀ ਹੌਲੀ ਤੁਰਦੇ ਆਉਂਦੇ ਜਾਂ ਗੱਡੀਆਂ 'ਚ ਆਉਂਦੇ ਨੇ, ਨਹੀਂ ਵੀ ਉਹਨਾਂ ਕੋਲ ਬੈਠਿਆ ਜਾਂਦਾ, ਫੜ ਕੇ ਆਉਂਦੇ ਨੇ, ਉਹ ਖੁੰਡੀਆਂ ਫੜ ਕੇ ਆਉਂਦੇ ਨੇ, ਉਹਨਾਂ ਕੋਲ ਨਹੀਂ ਬੇਟੇ ਤੁਰਿਆ ਜਾਂਦਾ। ਉਹਨਾਂ ਲਈ ਤਾਂ ਅਲਾਓ ਜ਼ਰੂਰੀ ਹੋਣਾ ਚਾਹੀਦਾ। ਰੱਬ ਤਾਂ ਦਿਲ 'ਚ ਵੱਸਦਾ ਹੈ ਸਾਡੇ, ਜੇ ਅਸੀਂ ਉਹ ਦਿਲ ਦਾ ਸਤਿਕਾਰ ਨਹੀਂ ਕਰਾਂਗੇ, ਅਸੀਂ ਬਜ਼ੁਰਗ ਦਾ ਸਤਿਕਾਰ ਨਹੀਂ ਕਰਾਂਗੇ, ਤੇ ਫਿਰ ਆਪਣੇ ਵੱਡੇ ਪਿਓ ਦਾ ਕਿਵੇਂ ਕਰਾਂਗੇ, ਜਿਹਨੇ ਕਿ ਆਪਣੀ ਦੁਨੀਆ ਸਾਜੀ ਹੈ, ਸਿਰਜੀ ਹੈ ਨਾ। ਸਿਰਜਣਹਾਰੇ ਦਾ ਸਤਿਕਾਰ ਆਪਾਂ ਕਿਵੇਂ ਕਰਾਂਗੇ ਜੇ ਆਪਣੇ ਮਾਂ ਪਿਓ ਦਾ, ਵੱਡਿਆਂ ਦਾ ਨਹੀਂ ਕਰਾਂਗੇ। ਹਾਂਜੀ ਵੀਰ ਜੀ, ਕਿਸ ਤਰ੍ਹਾਂ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਦੇ ਇਸ ਬਿਆਨ ਨੂੰ? ਹਾਂ ਸਰ, ਇਹਦੇ 'ਚ ਜੋ ਮਰਿਆਦਾ ਦਾ ਦੇਖੋ ਇਹੀ ਕਹਿੰਦੀ ਹੈ ਕਿ ਜਿਹੜਾ ਸਭ ਤੋਂ ਉੱਚਾ ਸਥਾਨ ਹੈ ਗੁਰੂ ਸਾਹਿਬ ਦਾ ਹੀ ਹੈਗਾ। ਤੇ ਜੇ ਕੋਈ ਜਿਵੇਂ ਹੁਣ ਭਾਈ ਸਾਹਿਬ ਨੇ ਕਿਹਾ ਕਿ ਬਜ਼ੁਰਗਾਂ ਨੂੰ ਦਿੱਕਤ ਆਉਂਦੀ ਹੈ, ਚਲੋ ਉਹ ਵੀ ਗੱਲ ਠੀਕ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਅਰੇਂਜਮੈਂਟ ਹੈ ਮਹਾਰਾਜ ਦੇ ਸਾਹਮਣੇ ਤੋਂ ਹਟਾ ਕੇ ਕਿਤੇ ਬਾਹਰ ਕੀਤਾ ਜਾ ਸਕੇ। ਮੇਨ ਤਾਂ ਮੱਥਾ ਟੇਕ ਕੇ ਕੰਨਾਂ ਨਾਲ ਹੀ ਸੁਣਨਾ ਜੀ ਅਸੀਂ, ਨਾ ਕਿ ਉਹਨਾਂ ਦੇ ਸਾਹਮਣੇ, ਮਹਾਰਾਜ ਦੇ ਸਾਹਮਣੇ ਸਿੰਘਾਸਨ ਲਾਣਾ ਹੈ। ਬਸ ਇਹੀ ਹੈ ਜੀ ਸਭ। ਬਾਪੂ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੈਗੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਕੁਰਸੀਆਂ ਦੀ ਗੱਲ ਕੀਤੀ ਜਾ ਰਹੀ ਹੈ? ਗੁਰਦੁਆਰੇ ਬਿਲਕੁਲ ਸਾਡਾ ਗੁਰਦੁਆਰਾ ਸਾਹਿਬ ਹੈ, ਜਿਹੜੇ ਆਪਾਂ ਘਰਾਂ ਥਾਵਾਂ ਤੇ ਆ ਨਾ ਇਹ, ਉੱਥੇ ਜ਼ਰੂਰ ਮਤਲਬ ਉਹਨਾਂ ਨੇ ਆਪਣੀਆਂ ਕੁਰਸੀਆਂ ਰੱਖੀਆਂ, ਬੁੜੀਆਂ ਆਉਂਦੀਆਂ ਨੇ, ਉਹਨਾਂ ਤੋਂ ਬੈਠਾ ਜਾਂਦਾ ਕਿ ਉਹਨਾਂ ਨੂੰ ਕਹਿੰਦੇ ਵੀ ਕੁਰਸੀਆਂ ਤੇ ਬਹਿ ਜਾਓ, ਮੇਜ਼ ਲੱਗੇ ਨੇ। ਨਹੀਂ, ਤੁਸੀਂ ਇਸ ਚੀਜ਼ ਨੂੰ ਠੀਕ ਸਮਝਦੇ ਹੋ? ਗੁਰਦੁਆਰਾ ਸਾਹਿਬ ਦੇ ਅੰਦਰ ਹੋਣੀਆਂ ਚਾਹੀਦੀਆਂ ਨੇ ਕੁਰਸੀਆਂ, ਸੋਫੇ? ਹੋਣਾ ਤੇ ਮਤਲਬ ਨਹੀਂ ਚਾਹੀਦੀਆਂ, ਪਰ ਲੇਕਿਨ ਮੇਰੇ ਵਰਗੇ ਜਿਹੜੇ ਬੁੜੇ ਨਾ, ਉਹ ਪੰਗਾ ਜਾਣ ਕੇ ਪਾ ਦਿੰਦੇ, ਬਣਾ ਦਿਓ ਜੀ, ਸਾਥੋਂ ਬੈਠਾ ਨਹੀਂ ਜਾਂਦਾ, ਅਸੀਂ ਗੁਰਦੁਆਰਾ ਛੱਡ ਦਿੰਦੇ ਆ, ਕਹਿੰਦੇ ਨੇ। ਨਹੀਂ, ਪਰ ਅਕਾਲ ਤਖਤ ਸਾਹਿਬ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਸਾਰੇ ਗੁਰਦੁਆਰਿਆਂ ਦੇ ਉੱਥੇ ਥੋੜਾ ਕਿਤੇ ਸਮਾਨ ਪਿਆ ਉੱਥੇ, ਜਿੱਥੇ ਉਹ ਕੀ ਉਹ ਜਗ੍ਹਾ 'ਚ ਜਿਹੜੀ ਹੋਣੀ ਨਹੀਂ ਚਾਹੀਦੀ। ਨਹੀਂ, ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਕੁਰਸੀਆਂ ਲੱਗਣੀਆਂ ਠੀਕ ਨੇ ਤੁਹਾਡੇ ਨਹੀਂ, ਸਾਹਮਣੇ? ਬਿਲਕੁਲ ਨਹੀਂ, ਗਲਤ ਨੇ। ਬਾਹਰ ਵੀ ਲੱਗ ਸਕਦੀਆਂ ਨੇ, ਬਾਹਰ ਲੱਗ ਜਾ, ਅੱਗੇ ਪਿੱਛੇ ਜਿੱਥੇ ਮਰਜ਼ੀ ਅਗਲਾ ਬਹਿ। ਤਾਂ ਇਹ ਵੀ ਹੋ ਸਕਦਾ ਕਿ ਹਾਲ ਦੇ ਵਿੱਚ ਪਿੱਛੇ ਬੇਸਮੈਂਟ ਬਣਾ ਦਿੱਤੀ ਜਾਵੇ, ਤਾਂ ਯਾਨੀ ਕਿ ਬਰਾਬਰ ਲੱਗੇ ਸੰਗਤ ਦੇ, ਪੰਗਤ ਦੇ ਵਿੱਚ ਬੈਠੇ ਹੋਏ ਲੋਕ। ਉਹ ਇਹਨਾਂ ਕਿਹੜਾ ਸੋਚਦਾ ਸੰਗਤ ਨੂੰ, ਉਹ ਤਾਂ ਅਗਲਾ ਮਤਲਬ ਆਪਣਾ ਕੱਢਣ ਨੂੰ ਫਿਰਦੇ ਨੇ, ਨੀਰਾ ਇਸ ਬੰਨੇ ਨਹੀਂ ਤੁਰ ਹੁੰਦਾ। ਉਹ ਅਗਲਾ ਕਹਿੰਦਾ ਜੀ ਇਹ ਬਰਾਬਰ ਤੇ ਬਣਾਈਏ, ਫੇਰ ਵੀ ਤੁਸੀਂ ਇੱਥੇ ਬਹਿੰਦੀਆਂ ਜਾਣ ਕੇ, ਇੱਥੇ ਤਾਂ ਆਪ ਆਪਣੇ ਜਿੰਨੇ ਮੂੰਹ ਨੇ ਉਨੀਆਂ ਗੱਲਾਂ ਨੇ। ਨਹੀਂ, ਭਾਈ ਅਮਰਤਪਾਲ ਦੀ ਜਿਹੜੀ ਗੱਲ ਤੋਂ ਸੰਤੁਸ਼ਟ ਹੋ, ਜਿਵੇਂ ਮਾਡਲ ਟਾਊਨ ਗੁਰਦੁਆਰਾ ਜਲੰਧਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ, ਕੁਰਸੀਆਂ ਬਾਹਰ ਕੱਢਤੀਆਂ, ਕਪੂਰਥਲੇ ਕੱਢਤੀਆਂ, ਉਹਨੂੰ ਠੀਕ ਸਮਝਦੇ ਹੋ ਕਿ ਗਲਤ ਸਮਝਦੇ ਹੋ? ਮੈਂ ਤਾਂ ਕਹਿੰਦਾ ਠੀਕ ਨੇ, ਜਿਹੜੀਆਂ ਬਾਹਰ ਕੱਢਦੇ ਨੇ, ਮੇਰੇ ਵਰਗੇ ਬਹਿਣਗੇ ਤੇ ਚੌਂਕੜੀ ਮਾਰ ਕੇ 10 ਮਿੰਟ ਕਿਸੇ ਦੀ ਗੱਲ ਤਾਂ ਸੁਣਨਗੇ। ਉੱਥੇ ਜਨਾਨੀਆਂ ਬਹਿ ਕੇ ਤੇ ਕਹਿੰਦੇ ਵੀ ਬਾਹਰੋਂ ਲਿਆਵੀ, ਮੈਨੂੰ ਪਹਿਲਾਂ ਦੇ ਕੇ ਜਾਈ, ਮੈਂ ਬੁੱਢੀ ਬੰਦੀ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਹੋਣੀਆਂ ਚਾਹੀਦੀਆਂ ਨੇ ਕੁਰਸੀਆਂ ਕਿ ਨਹੀਂ ਹੋਣੀਆਂ? ਤੇ ਨਹੀਂ ਹੋਣੀਆਂ ਚਾਹੀਦੀਆਂ, ਕੁਰਸੀਆਂ ਬਾਹਰ ਕੱਢਣੀਆਂ ਚਾਹੀਦੀਆਂ। ਪਰ ਕਈ ਲੋਕਾਂ ਦਾ ਕਹਿਣਾ ਹੈ, ਬਜ਼ੁਰਗਾਂ ਦਾ, ਕਿ ਹਾਂ, ਤੇ ਕਈਆਂ ਦਾ ਤਾਂ ਐਵੇਂ ਆ ਵੀ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਆ ਨਾ, ਉਹ ਕਹਿੰਦੇ ਆ ਵੀ ਅੰਦਰ ਡਾਓ ਕੁਰਸੀਆਂ। ਬਈ ਸਾਡੇ ਪਿੰਡ ਵੀ ਡਾਨਿਆ ਹੁਣ ਥੋੜੀਆਂ ਬਹੁਤੀਆਂ, 2-4 ਕੁਰਸੀਆਂ, ਫਿਰ ਅਸੀਂ ਵੀ ਕਢਵਾ ਦਾਂਗੇ। ਤੁਸੀਂ ਕਿਹੜੀ ਜਗ੍ਹਾ ਤੋਂ? ਸਰ ਮੈਂ ਬਾਰਨ ਤੋਂ ਆ। ਬਾਰਨ। ਜਿੱਦਾਂ ਭਾਈ ਅਮਰਤਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਜਾਂ ਮੇਜ਼ ਜਿਹੜੇ ਇਹੋ ਚੱਕੇ ਗਏ ਨੇ, ਭਾਵੇਂ ਜਲੰਧਰ ਹੋਵੇ, ਕਪੂਰਥਲਾ ਦੇ ਵਿੱਚ ਕਾਰਵਾਈ ਵੀ ਕੀਤੀ ਗਈ ਉਹਨਾਂ ਦੇ ਵੱਲੋਂ, ਤਾਂ ਕਿਵੇਂ ਦੇਖਦੇ ਹੋ ਸਭ ਕੁਝ? ਸਰ ਮੈਂ ਇੱਕੋ ਹੀ ਬੇਨਤੀ ਹੈ ਮੇਰੀ ਵੀ ਮੈਂ ਇਹ ਗੱਲ ਹੈ ਵੀ ਪਿੰਡਰਾਂ ਵਾਲੇ ਸੰਤ ਸਨ, ਉਹਨਾਂ ਵੀ ਇਹੀ ਗੱਲ ਤੇ ਕਰਕੇ ਆਪਣਾ ਇਕੱਠ ਨਹੀਂ ਸੀ ਸੰਗਤਾਂ ਦਾ, ਤੇ ਉਹ ਸਾਡੇ ਹੱਥੋਂ ਨਿਕਲ ਗਏ। ਠੀਕ ਹੈ, ਹੁਣ ਇਹ ਜੋਦਾ ਆਪਣੇ ਹੱਥ ਆਇਆ ਤੇ ਲੋਕੀ ਇਹਦੇ ਉੱਤੇ ਨਿਗਾਹ ਟਿਕਾਈ ਪਈਆਂ ਸਰਕਾਰਾਂ। ਕੁਝ ਆਪਣੇ ਬੰਦੇ ਵੀ ਵਿੱਚ ਐਸੇ ਨੇ ਵੀ ਜਿਹੜੇ ਪੂਰਾ ਸਾਥ ਨਹੀਂ ਦੇ ਰਹੇ। ਠੀਕ ਹੈ, ਜੋ ਵੀ ਹੋਇਆ ਉਹ ਸਰਕਾਰਾਂ, ਜੋ ਵੀ ਹੋਇਆ ਤੁਹਾਡੇ ਸਾਹਮਣੇ ਹੀ ਹੋਇਆ। ਸੋ ਕੋਈ ਬੱਚਾ ਤੇ ਅੱਜ ਕੱਲ੍ਹ ਹੈ ਨਹੀਂਗਾ ਜੀ, ਸਭ ਨੂੰ ਪਤਾ ਹੈ। ਅੱਜ ਕੱਲ੍ਹ 5 ਸਾਲ ਦੇ ਬੱਚੇ ਨੂੰ ਪੁੱਛ ਲਓ ਸਰਕਾਰਾਂ ਬਾਰੇ, ਸਭ ਦੇ ਦਾਦੇ ਪੋਤਰੇ ਦੱਸ ਦੇਗਾ ਵੀ ਇਹ ਉਹਨਾਂ ਦਾ ਲਾਣਾ ਸੀ। ਪਰ ਕਈ ਲੋਕ ਇਸ ਨੂੰ ਏਜੰਸੀਆਂ ਦਾ ਬੰਦਾ ਵੀ ਕਿਹਾ ਜਾ ਰਿਹਾ ਕਈਆਂ ਵੱਲੋਂ। ਸਰ ਕੋਈ ਏਜੰਸੀਆਂ ਦਾ ਬੰਦਾ ਨਹੀਂਗਾ, ਕੋਈ ਕਹਿੰਦਾ ਡਰਾਈਵਰ ਇਕੱਠੇ ਹੋ ਕੇ ਉਹਦੇ ਪੇਮੈਂਟ ਰੁਕ ਗਈ ਜੀ, ਸਾਡੇ ਪੈਸੇ ਨਹੀਂ ਦਿੰਦਾ। ਉਹ ਇਹਨਾਂ ਨੇ ਖੜੇ ਕੀਤੇ ਹੋਏ ਸੀ ਬੰਦੇ, ਜਾਣ ਕੇ ਪੈਸੇ ਦੇ ਕੇ। ਪਰ ਇਹੋ ਜਿਹਾ ਕੋਈ ਟਰਾਂਸਪੋਰਟਰ ਨਹੀਂ ਹੁੰਦਾ ਵੀ ਜਿਹੜਾ ਕੋਈ ਡਰਾਈਵਰਾਂ ਦੇ ਪੈਸੇ ਰੱਖੇਗਾ। ਉਹ ਸਾਰਾ ਦਿਨ ਵਿਚਾਰੇ ਕਿਰਤ ਕਰਦੇ ਆ, ਮਾਲ ਢੋਂਦੇ ਆ, ਸਾਰੀ ਰਾਤ ਇਹ ਤੇ ਰੱਜ ਰੱਜ ਕੇ ਸੌਂਦੇ ਆ,
ਇਹਨਾਂ ਨੂੰ ਕੀ ਪਤਾ ਰਾਤ ਨੂੰ 12 1 2 ਵਜੇ ਕਿੱਥੇ ਕਿੱਥੇ ਮਾਲ ਪਹੁੰਚਾਉਂਦੇ ਆ ਵਿਚਾਰੇ। ਪਰ ਉਹ ਕੋਈ ਬੰਦਾ ਐਸਾ ਨਹੀਂ ਹੋਏਗਾ ਜਿਹੜਾ ਡਰਾਈਵਰ ਦਾ ਪੈਸਾ ਰੱਖੇ। ਪਰ ਕਈ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਉਹ ਕਹਿੰਦੇ ਕਿ ਜਿਹੜੇ ਕੁਰਸੀਆਂ ਹੋਣੀਆਂ ਚਾਹੀਦੀਆਂ ਨੇ, ਸਾਨੂੰ ਬੈਠਣ 'ਚ ਦਿੱਕਤ ਆਉਂਦੀ ਹੈ। ਵੇਖੋ ਸਰ, ਇਹ ਬੇਨਤੀ ਇਹ ਹੈ ਮੇਰੀ ਵੀ ਗੁਰੂ ਘਰ ਲੰਗਰ ਹੈ ਜਿਹੜਾ, ਲੰਗਰ ਦੀ ਜਗ੍ਹਾ ਤੇ ਉਹਨਾਂ ਦਾ ਅੱਡ ਟੇਬਲ ਲੱਗ ਜੇ, ਬਜ਼ੁਰਗਾਂ ਦਾ, ਮਾਤਾ ਦਾ, ਕਿਸੇ ਦਾ ਵੀ ਜਿਨ੍ਹਾਂ ਦਾ ਹੈਂਡੀਕੈਪਟ ਹੈ ਚਾਹੇ ਕੁਛ ਵੀ ਹੈ, ਠੀਕ ਹੈ ਜੀ। ਤੇ ਜਿਵੇਂ ਆਪਾਂ ਦਰਬਾਰ ਦੇ ਵਿੱਚ ਅੰਦਰ ਆ ਗਏ ਆ, ਚਲੋ ਆਪਣੇ ਗੋਡੇ ਹੈ ਜਾਂ ਕੁਛ ਵੀ ਹੈ, ਉਹ ਕਥਾ ਜਿੱਥੇ ਹੋ ਰਹੀ ਉਹ ਸਪੀਕਰ ਕੋਲ ਇਹਨਾਂ ਦਾ ਬਜ਼ੁਰਗਾਂ ਦਾ ਇੰਤਜ਼ਾਮ ਕੀਤਾ ਜਾਵੇ ਗੁਰਦੁਆਰਿਆਂ 'ਚ, ਹਰੇਕ ਗੁਰਦੁਆਰਿਆਂ 'ਚ ਉੱਥੇ ਉਹਨਾਂ ਦੀ ਬਣਾਈ ਜਾਵੇ, ਟੇਬਲ ਲੱਗ ਜਾਣ, ਕੁਛ ਵੀ ਲੱਗ ਜੇ ਅੰਦਰ ਤੋਂ ਬਾਹਰ ਵੀ ਕੋਈ ਹਾਲ ਦੇ ਵਿੱਚ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂਜੀ, ਇਹ ਤੇ ਹੁਣ ਮਹਾਰਾਜ ਦੇ ਆਪਾਂ ਫਿਰ ਉੱਪਰ ਹੀ ਹੋ ਕੇ ਬੈਠ ਕੇ ਮਹਾਰਾਜ ਸਾਡੇ ਥੱਲੇ, ਉਹਨਾਂ ਆਪਣੇ ਪਿੱਛੇ ਕੀ ਨਹੀਂ ਕੀਤਾ ਆਪਾਂ ਨੂੰ ਅੱਜ ਵੀ ਸੋਝੀ ਸਭ ਨੂੰ ਪਤਾ ਹੈ ਵੀ ਕੀ ਨਹੀਂ। ਉਹ 7 ਪਰਿਵਾਰ ਦੇ ਸਾਰੇ ਦਾ ਸਾਰਾ ਹੀ ਉਹਨਾਂ ਨੇ ਆਪਦਾ ਆਪਣੇ ਪਿੱਛੇ ਅੱਜ ਏਡੀਆਂ ਪੱਗਾਂ ਏਡੀਆਂ ਗੱਡੀਆਂ ਲਈ ਫਿਰਦੇ ਨੇ, ਉਹਨਾਂ ਨੂੰ ਸਭ ਭੁੱਲ ਗਏ ਨੇ, ਕੋਈ ਨਹੀਂ ਉਹਨਾਂ ਦਾ। ਮੈਂ ਖੁਦ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਦਰਸ਼ਨ ਕੀਤੇ, ਉਦੋਂ ਮੈਂ 10 ਕੁ ਸਾਲ ਦਾ ਹੋਵਾਂ। ਦੇਖੋ ਜਿਹੜਾ ਇਹ ਚੱਲ ਰਿਹਾ ਮਸਲਾ, ਇਹ ਅੱਜ ਦਾ ਨਹੀਂ, ਬੜੇ ਸਮੇਂ ਦਾ ਚੱਲ ਰਿਹਾ। ਕਿਉਂਕਿ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਅਸੀਂ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਸਿੱਖ ਬੈਠੇ ਸੀ, ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਰਹੇ ਹਾਂ ਕਿ ਉਹ ਉੱਥੇ ਕੁਰਸੀਆਂ ਲਾਉਂਦੇ ਨੇ, ਲੰਗਰਾਂ ਦੇ ਵਿੱਚ ਮੇਜ਼ ਲਾਉਂਦੇ ਨੇ। ਤੇ ਹੌਲੀ ਹੌਲੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਚੀਜ਼ਾਂ ਜਿਹੜੀਆਂ ਨੂੰ ਅਸੀਂ ਆਪ ਨਿੰਦਦੇ ਰਹੇ ਹਾਂ, ਉੱਥੇ ਵਾਲੇ ਲੋਕਾਂ ਨੂੰ ਗਾਲਾਂ ਕੱਢਦੇ ਰਹੇ ਹਾਂ, ਤੇ ਉਹ ਕਦੋਂ ਸਾਡੇ ਇੱਥੇ ਪਿੰਡ ਦੇ ਵਿੱਚ ਸਾਰਾ ਕੁਝ ਹੋ ਗਿਆ, ਸਾਨੂੰ ਆਪ ਨੂੰ ਨਹੀਂ ਪਤਾ ਲੱਗਿਆ। ਤੇ ਜੋ ਕਿ ਗੁਰੂ ਦੀ ਬਰਾਬਰਤਾ ਦੀ ਗੱਲ ਹੈ, ਤੇ ਬਹੁਤ ਜੋ ਸਾਡੇ ਲਈ ਸਿੱਖਾਂ ਲਈ ਇਹ ਮਾੜੀ ਗੱਲ ਹੈ ਕਿ ਗੁਰੂ ਦਾ ਜੋ ਸਥਾਨ ਹੈ ਉਹ ਸਦਾ ਹੀ ਉੱਚ ਸਥਾਨ ਉਹਨਾਂ ਦਾ ਰਹੇਗਾ, ਤੇ ਅਸੀਂ ਗੁਰੂ ਦੇ ਬਰਾਬਰ ਹੋ ਕੇ ਬੈਠਾਂਗੇ ਤਾਂ ਇਹ ਸਾਡੇ ਲਈ ਬਹੁਤ ਹੀ ਹਾਸੋਹੀਣੀ ਔਰ ਨਾ ਬਖਸ਼ਣਯੋਗ ਗੱਲ ਹੈ। ਪਰ ਕੁਝ ਲੋਕਾਂ ਦਾ, ਬਜ਼ੁਰਗਾਂ ਦਾ ਕਹਿਣਾ ਹੈਗਾ ਕਿ ਜਿਹੜੇ ਬੈਠ ਨਹੀਂ ਸਕਦੇ ਹੈਗੇ, ਪਿੱਠ ਦਰਦ ਹੁੰਦੀ ਹੈ, ਕੋਈ ਹੈਂਡੀਕੈਪਟ ਨੇ, ਤੇ ਉਹਨਾਂ ਦੇ ਹਿਸਾਬ ਨਾਲ ਕਿਵੇਂ ਦੇਖਦੇ ਹੋ? ਨਹੀਂ, ਇਹ ਤੇ ਦੇਖੋ ਬਜ਼ੁਰਗ ਅੱਜ ਤੇ ਕੋਈ ਨਵੀਂ ਗੱਲ ਨਹੀਂ ਹੈ ਵੀ ਇਸ ਤੋਂ ਪਹਿਲਾਂ ਲੋਕ ਬਜ਼ੁਰਗ ਨਹੀਂ ਸੀਗੇ। ਬਜ਼ੁਰਗ ਤੇ ਪਹਿਲਾਂ ਪਿੱਛੇ ਤੋਂ ਚੱਲਦੇ ਆ ਰਹੇ ਆ, ਪਰ ਤੁਸੀਂ ਇਹ ਵੇਖੋ ਕਿ ਉਹ ਜੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਅਨਪੜ੍ਹ ਸੀਗੇ, ਉਹਨਾਂ ਨੂੰ ਕੀ ਬਹੁਤਾ ਗਿਆਨ ਨਹੀਂ ਸੀ, ਪਰ ਉਹਨਾਂ ਨੂੰ ਗੁਰੂ ਪ੍ਰਤੀ ਉਹਨਾਂ ਦਾ ਇੰਨਾ ਪਿਆਰ, ਉਹਨਾਂ ਦੇ ਅੰਦਰ ਇੰਨਾ ਸਤਿਕਾਰ ਸੀ ਕਿ ਉਹ ਜੇ ਕਿਸੇ ਦਾ ਕੋਈ ਬੈਠਣ ਦੇ ਵਿੱਚ ਕਿਸੇ ਨੂੰ ਤਕਲੀਫ ਵੀ ਸੀ ਤਾਂ ਉਹ ਦਰਬਾਰ 'ਚ ਜਾ ਕੇ ਨਾਲ ਦੇ ਨੂੰ ਕਹਿੰਦੇ ਸਨ ਵੀ ਲੈ ਭਾਈ ਮੈਨੂੰ ਫੜ ਕੇ 2 ਜਣੇ ਇੱਕ ਵਾਰੀ ਬਿਠਾ ਦਿਓ। ਪਰ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਵੀ ਅਸੀਂ ਗੁਰੂ ਦੇ ਸਾਹਮਣੇ ਉੱਚੀ ਜਗ੍ਹਾ ਤੇ ਬੈਠਾਂਗੇ। ਤੇ ਉਹ ਉਦੋਂ ਵੀ ਉਹਨਾਂ ਦੇ ਗੋਡੇ ਦਰਦ ਕਰਦੇ ਸੀ, ਪਰ ਹੁਣ ਜੋ ਹੈ ਮਤਲਬ ਹੁਣ ਸਾਡਾ ਇਹ ਹਉਮੈ ਹੈ ਮਨੁੱਖ ਦੀ, ਤੇ ਇਹ ਹਉਮੈ ਹੁਣ ਇਸ ਹੱਦ ਤੱਕ ਚਲੀ ਗਈ ਹੈ ਵੀ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਅਸੀਂ ਕਿੱਥੇ ਬੈਠੇ ਹਾਂ, ਦਰਬਾਰ 'ਚ ਬੈਠੇ ਹਾਂ ਨਹੀਂ ਬੈਠੇ। ਤੁਸੀਂ ਜ਼ਿਆਦਾਤਰ ਜਾ ਕੇ ਦੇਖੋ ਕਿ ਕੁਰਸੀਆਂ ਦੇ ਉੱਪਰ ਉਹ ਲੋਕ ਬੈਠਦੇ ਹਨ ਜਿਨ੍ਹਾਂ ਨੂੰ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਇਹਨਾਂ ਨੂੰ ਕੋਈ ਤਕਲੀਫ ਹੈ, ਤੇ ਉਹ ਸਿਰਫ ਆਪਣੀਆਂ ਗੱਲਾਂ ਮਾਰਨ ਦੇ ਲਈ। ਤੇ ਉਹ ਉੱਥੇ ਜਾ ਕੇ ਤੁਸੀਂ ਦੇਖੋਗੇ ਕਿਸੇ ਵੀ ਸਮਾਗਮ 'ਤੇ ਤੁਸੀਂ ਜਾਓ, ਤੇ ਜੋ ਲੋਕ ਕੁਰਸੀਆਂ 'ਤੇ ਬੈਠੇ ਹੁੰਦੇ ਹਨ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਵੀ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਕੀ ਹੋ ਰਿਹਾ, ਉਹਨਾਂ ਨੂੰ ਕੋਈ ਇਸ ਗੱਲ ਦਾ ਮਤਲਬ ਨਹੀਂ ਹੁੰਦਾ। ਉਹ ਬੈਠੇ ਆ ਸਿਰਫ ਆਪਣੀ ਹਉਮੈ ਦੇ ਲਈ, ਤੇ ਉਹ ਉੱਥੇ ਜਾ ਕੇ ਉੱਚੀ ਥਾਂ 'ਤੇ ਬੈਠਦੇ ਆ। ਜਿਨ੍ਹਾਂ ਦੇ ਅੰਦਰ ਭਾਵਨਾ ਸ਼ਰਧਾ ਹੈ, ਉਹਨਾਂ ਦੇ ਨਹੀਂ ਵੀ ਲੱਤਾਂ ਬਾਹਾਂ, ਉਹ ਤਾਂ ਵੀ ਜਾ ਕੇ ਥੱਲੇ ਬੈਠਦੇ ਆ। ਦੇਖਦੇ ਹੋ ਤੁਸੀਂ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਹੀ ਗਈ ਹੈ ਕਿ ਗੁਰਦੁਆਰਿਆਂ ਦੇ ਵਿੱਚ ਬੈਂਚ ਨਹੀਂ ਹੋਣੇ ਚਾਹੀਦੇ ਜਾਂ ਸੋਫੇ ਬਾਹਰ ਕੱਢਣੇ ਚਾਹੀਦੇ ਨੇ। ਉਹ ਕੁਝ % ਉਹਨਾਂ ਦੀ ਜਵਾਨ ਉਮਰ ਕਰਕੇ ਤਾਂ ਠੀਕ ਹੈ, ਜਿਹੜੇ ਬਜ਼ੁਰਗ ਆਉਂਦੇ ਨੇ ਬਿਲਕੁਲ ਹੌਲੀ ਹੌਲੀ ਉਹਨਾਂ ਦੇ ਬੱਚੇ ਫੜ ਕੇ ਲਿਆਉਂਦੇ ਨੇ, ਉਹਨਾਂ ਨੂੰ ਮਾੜਾ ਜਿਹਾ ਦਮ ਵੀ ਲੈਣਾ ਪੈਂਦਾ, ਬੈਠ ਕੇ ਰੋਟੀ ਨਹੀਂ ਖਾਧੀ ਜਾਂਦੀ, ਗੋਡੇ ਨੇ ਕਈਆਂ ਦੇ, ਉੱਥੇ ਵੀ ਬੈਠੇ, ਉੱਥੇ ਹੀ ਬੈਂਚ ਹੈਗੇ ਲੰਗਰ 'ਚ ਵੀ, ਹੁਣੇ ਵੀ ਚਾਹੀਦੇ ਨੇ ਥੋੜੇ ਤਾਂ, ਜ਼ਿਆਦਾ ਨਹੀਂ। ਚਲੋ ਪਰ ਉਹਨਾਂ ਨੂੰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਣਾ ਠੀਕ ਹੈ ਜੀ ਤੁਹਾਡੇ ਬਰਾਬਰ ਵਾਲਾ ਨਹੀਂ, ਉਹ ਨਹੀਂ, ਬਰਾਬਰ ਵਾਲਾ ਠੀਕ ਨਹੀਂ। ਜਿਹੜਾ ਲੰਗਰ 'ਚ ਹੈ, ਜਿਵੇਂ ਰਾਹ 'ਚ ਹੈ ਤੁਰਿਆ ਜਾਂਦਾ ਬਜ਼ੁਰਗ ਬੰਦਾ, ਉਹ ਜਿਹੇ ਥਾਵੇਂ ਠੀਕ ਹੈ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਹਾਂ ਉਹਦੇ ਵਿੱਚ ਨਹੀਂ, ਉਹਦੇ ਵਿੱਚ ਬਿਲਕੁਲ ਨਹੀਂ ਠੀਕ, ਬਾਕੀ ਠੀਕ ਹੈ। ਹਾਂਜੀ ਬਾਪੂ ਜੀ, ਕਿਵੇਂ ਦੇਖਦੇ ਹੋ? ਮੈਂ ਕਿਹਾ ਜਿਹੜੇ ਕੋਈ ਹੈਂਡੀਕੈਪਟ ਹੈਗੇ ਨੇ ਜਾਂ ਉੱਥੇ ਗੁਰਦੁਆਰਾ ਸਾਹਿਬ ਅੰਦਰ ਬੈਠਣਾ ਚਾਹੁੰਦੇ ਨੇ, ਉਹਨਾਂ ਵਾਸਤੇ ਔਖਾ, ਜਾਂ ਬਹੁਤੇ ਬਜ਼ੁਰਗ ਨੇ ਜਿਨ੍ਹਾਂ ਕੋਲ ਜ਼ਮੀਨ 'ਤੇ ਨਹੀਂ ਬੈਠਾ ਜਾਂਦਾ, ਗੋਡਿਆਂ ਦੀ ਵੱਡੀ ਪ੍ਰੋਬਲਮ ਹੈ, ਸੋ ਉਹਨਾਂ ਦੇ ਬੈਠਣ ਵਾਸਤੇ ਹੋਣੀ ਚਾਹੀਦੀ ਹੈ। ਪਰ ਉਹ ਹੋ ਸਕਦਾ ਉਹ ਜ਼ਮੀਨ ਦੇ ਲੈਵਲ ਤੋਂ ਨੀਵੇਂ ਕਰ ਦਿਓ ਤਾਂ ਕਿ ਉਹ ਸੰਗਤ ਦੇ ਲੈਵਲ 'ਤੇ ਆ ਜਾਣ, ਭਾਵੇਂ ਕੁਰਸੀਆਂ 'ਤੇ ਬੈਠਣ ਪਰ ਸੰਗਤ ਦੇ ਲੈਵਲ 'ਤੇ ਆ ਜਾਣ, ਉਹਨਾਂ ਦਾ ਉੱਪਰ ਉੱਚੇ ਨਾ ਰਹਿਣ ਸੰਗਤ ਤੋਂ। ਪਰ ਜਿਸ ਤਰ੍ਹਾਂ ਜਲੰਧਰ ਦੇ ਵਿੱਚ ਕਾਰਵਾਈ ਕੀਤੀ ਗਈ ਗੁਰਦੁਆਰਾ ਸਾਹਿਬ ਦੇ ਵਿੱਚੋਂ, ਉਹਨੂੰ ਠੀਕ ਸਮਝਦੇ ਹੋ? ਨਹੀਂ, ਮੈਨੂੰ ਪਤਾ ਨਹੀਂ ਜੀ, ਮੈਂ ਪੜ੍ਹਿਆ ਨਹੀਂ ਉਹ। ਤਾਂ ਬਿਲਕੁਲ ਤੁਹਾਡੇ ਵੱਲੋਂ ਮਤਲਬ ਇਹ ਹੈ ਕਿ ਜਿਹੜੇ ਜ਼ਰੂਰ ਹੋਣੇ ਚਾਹੀਦੀਆਂ, ਬਟ ਉਹ ਹੈ ਕਿ ਲੈਵਲ ਨੀਵਾਂ ਕਰਕੇ ਉਹਦਾ ਬੈਠਣਾ ਚਾਹੀਦਾ। ਤਾਂ ਹਾਂ, ਲੈਵਲ ਨੀਵਾਂ ਕਰਕੇ, ਤੇ ਜ਼ਰੂਰ ਨਹੀਂ, ਹਾਂ ਜ਼ਰੂਰ ਹੋਣੇ ਚਾਹੀਦੇ, ਉਹਨਾਂ ਸੰਗਤ ਦੇ ਨਾਲ ਬੈਠ ਸਕਣ ਉਹ ਵੀ, ਪਰ ਉਹ ਲੈਵਲ ਨੀਵਾਂ ਕਰ ਦਿਓ ਤਾਂ ਕਿ ਉਹ ਬਾਕੀ ਸੰਗਤ ਉੱਚੇ ਨਾ ਰਹਿਣ। ਉਹ ਨਹੀਂ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ ਤੁਹਾਡਾ? ਤਰਸੇਮ ਸਿੰਘ।
ਸਰ ਜਿਵੇਂ ਅੰਮ੍ਰਿਤਪਾਲ ਸਿੰਘ ਵੱਲੋਂ ਕਿਹਾ ਗਿਆ ਹੈਗਾ ਜਲੰਧਰ 'ਚ ਵੀ ਕੁਰਸੀਆਂ ਬਾਹਰ ਕੱਢ ਦਿੱਤੀਆਂ ਗਈਆਂ, ਕਪੂਰਥਲੇ ਵੀ ਕਾਰਵਾਈ ਕੀਤੀ ਗਈ ਹੈਗੀ ਆ, ਕਿਸ ਤਰ੍ਹਾਂ ਦੇਖਦੇ ਹੋ ਸਭ ਕੁਝ ਤੁਸੀਂ? ਬੜਾ ਚੰਗਾ ਹੈ, ਇਹ ਤਾਂ ਬਹੁਤ ਦੇਰ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਕੁਰਸੀਆਂ ਲੱਗਣੀਆਂ ਨਹੀਂ ਚਾਹੀਦੀਆਂ ਸੀ ਗੁਰੂ ਘਰਾਂ ਦੇ ਵਿੱਚ, ਕਿਉਂਕਿ ਇਹ ਜਿਹੜਾ ਕੁਰਸੀਆਂ ਦਾ ਕਲਚਰ ਹੈ ਇਹ ਸਾਡਾ ਨਹੀਂ ਹੈ, ਇਹ ਚਰਚਾਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਲਾਇਆ ਜਾਂਦਾ ਹੈ। ਉੱਥੇ ਵੀ ਇੱਕ ਕਾਰਨ ਹੈ ਕਿਉਂਕਿ ਗੋਡੇ ਗਿੱਟੇ ਜਿਹੜੇ ਨੇ ਉਹਨਾਂ ਦੇ ਮੁੜਦੇ ਨਹੀਂ ਤੇ ਉਹ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ। ਸਾਡੇ ਲੋਕ ਤਾਂ ਤਪੱਸਿਆ ਕਰਦੇ ਆ ਕਿੰਨੇ ਕਿੰਨੇ ਘੰਟੇ, 12 ਘੰਟੇ ਤਾਂ ਮੈਂ ਬੈਠ ਜਾਂਦਾ ਇੱਕ ਚੌਂਕੜੀ ਮਾਰ ਕੇ, ਤੇ ਇਸ ਕਰਕੇ ਇਹ ਨਹੀਂ ਚਾਹੀਦਾ। ਬਹੁਤ ਚੰਗਾ ਕੀਤਾ ਉਹਨਾਂ ਨੇ। ਪਰ ਕਈ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ, ਪਰ ਬਜ਼ੁਰਗਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਾਡੇ ਗੋਡੇ ਦੁਖਦੇ ਨੇ, ਅਪੰਗ ਹੁੰਦੇ ਕਈ ਜਿਹੜੇ ਨਹੀਂ ਤੁਰ ਸਕਦੇ ਹੈਗੇ, ਪਿੱਠ ਦਰਦ ਹੁੰਦੀ ਹੈ, ਤੇ ਉਹਨਾਂ ਵਾਸਤੇ ਫਿਰ ਆਪਾਂ ਠੀਕ ਹੈ, ਜੇ ਉਹਨਾਂ ਤੋਂ ਨਹੀਂ ਤੁਰਿਆ ਜਾਂਦਾ, ਨਹੀਂ ਬੈਠਿਆ ਜਾਂਦਾ, ਕੋਈ ਗੱਲ ਨਹੀਂ, ਉਹਨਾਂ ਲਈ ਬਾਹਰ ਲਾ ਸਕਦੇ ਆਪਾਂ, ਪਰ ਕਰਮਾਂ ਦੇ ਵਿੱਚ ਲਾ ਦਿਓ ਬਾਹਰਲੇ ਪਾਸੇ, ਉੱਥੇ ਬੈਠ ਜਾਣ, ਕੋਈ ਗੱਲ ਨਹੀਂ। ਤਾਂ ਕਾਰਵਾਈ ਨੂੰ ਸਹੀ ਸਮਝ? ਹਾਂ ਬਿਲਕੁਲ ਸਹੀ ਹੈ, ਬਾਹਰ ਲਾ ਦਿਓ, ਬਾਹਰ ਬੈਠ ਸਕਦੇ ਨੇ। ਗੁਰਬਾਣੀ ਸੁਣਨੀ ਹੈ ਬਾਹਰ ਸੁਣ ਸਕਦੇ ਹੋ, ਮੱਥਾ ਟੇਕ ਕੇ ਆ ਕੇ ਬਾਹਰ ਬੈਠ ਜਾਓ। ਇਹ ਥੋੜੀ ਹੈ ਕਿ ਵੀ ਹਜ਼ੂਰੀ ਦੇ ਵਿੱਚ ਬੈਠੇ ਰਹੋ, ਮਹਾਰਾਜ ਦਾ ਸਤਿਕਾਰ ਨਾ ਕਰੀਏ। ਤੇ ਜਿਹੜੇ ਸਤਵੇਂ ਪਾਤਸ਼ਾਹ ਮਹਾਰਾਜ ਸੀ ਉਹ ਤਾਂ ਕੀਰਤਨ ਸੁਣ ਕੇ ਭੱਜ ਕੇ ਉੱਠੇ, ਉਹਨਾਂ ਦੇ ਗੋਡੇ ਤੇ ਸੱਟ ਵੱਜੀ। ਪਰ ਕੁਝ ਲੋਕਾਂ ਦੇ ਨਾਲ ਅਸੀਂ ਉਰੇ ਗੱਲਬਾਤ ਕੀਤੀ ਹੈ ਤਾਂ ਇੱਕ ਬਜ਼ੁਰਗ ਮਾਤਾ ਸੀ, ਉਹ ਕਹਿੰਦੇ ਕਿ ਜੇ ਅਸੀਂ ਪਿਓ ਕੋਲ ਜਾ ਕੇ ਦੁੱਖੜਾ ਨਹੀਂ ਰੋ ਸਕਦੇ, ਪਿਓ ਦੇ ਬਰਾਬਰ ਗੱਲਬਾਤ ਨਹੀਂ ਕਰ ਸਕਦੇ, ਤਾਂ ਫਿਰ ਹੋਰ ਕਿਸ ਨੂੰ ਜਾ ਕੇ ਦੁੱਖੜਾ ਸੁਣਾਵਾਂਗੇ? ਹਾਂ, ਪਿਓ ਦੇ ਕੋਲ ਬਰਾਬਰ ਬੈਠ ਸਕਦੇ ਹੋ, ਤਾਬਿਆਂ ਬੈਠ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਤਾਬਿਆਂ ਬੈਠ ਜਾਓ, ਜਾ ਕੇ ਮਹਾਰਾਜ ਦੀ ਬਾਣੀ ਪੜੋ, ਪਿਓ ਨੂੰ ਆਪੀ ਸੁਣਾਓ ਗੱਲਾਂ। ਤੇ ਤਾਬਿਆਂ ਬੈਠਣ ਵਾਸਤੇ ਵੀ ਫਿਰ ਟੇਬਲ ਲਾਉਣਾ ਪਊਗਾ, ਤਾਬਿਆਂ ਤੇ ਬੈਠਣ ਵਾਸਤੇ ਚੌਕੜਾ ਮਾਰਨਾ ਪਊਗਾ ਨਾ। ਤੇ ਦੁੱਖੜਾ ਤਾਂ ਹੀ ਸੁਣਾਇਆ ਜਾਊਗਾ ਜੇ ਪਿਓ ਨਾਲ ਗੱਲਾਂ ਕਰਾਂਗੇ। ਗੱਲਾਂ ਕਿਵੇਂ ਹੁੰਦੀਆਂ ਨੇ? ਗੁਰਬਾਣੀ ਨਾਲ ਗੱਲਾਂ ਕਰੀਏ, ਗੁਰਬਾਣੀ ਪੜ੍ਹੀਏ, ਗੱਲਾਂ ਹੁੰਦੀਆਂ ਨੇ ਗੁਰੂ ਨਾਲ। ਤੇ ਉਹ ਐਦਾਂ ਥੋੜੀ ਬੈਠ ਕੇ ਹੋ ਜਾਣਗੀਆਂ ਗੱਲਾਂ। ਗੱਲਾਂ ਤਾਂ ਪਰਮੇਸ਼ਰ ਤਾਂ ਜਾਣੀ ਜਾਣ ਹੈ, ਵਾਹਿਗੁਰੂ ਤਾਂ ਜਾਣੀ ਜਾਣ ਨੇ ਨਾ। ਤੇ ਇਹ ਤਾਂ ਅਕਾਲ ਪੁਰਖ ਦਾ ਰੂਪ ਨੇ, ਪੋਥੀ ਪਰਮੇਸ਼ਰ ਕਾ ਥਾਨ ਮਹਾਰਾਜ ਨੇ ਕਿਹਾ। ਮਹਾਰਾਜ ਕਹਿੰਦੇ ਇਹਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ, ਤੇ ਅੱਜ ਅਸੀਂ ਸਤਿਕਾਰ ਨਹੀਂ ਕਰ ਰਹੇ, ਇਸੇ ਕਰਕੇ ਪਿੱਛੇ ਜਾ ਰਹੇ ਹਾਂ। ਕਾਰਨ ਇਹੀ। ਤਾਂ ਬਿਲਕੁਲ ਇਹ ਸਨ ਲੋਕ ਜਿਹੜੇ ਵੱਖ-ਵੱਖ ਲੋਕਾਂ ਦੇ ਵਿਚਾਰ ਸੀਗੇ। ਤਾਂ ਕੁਝ ਮਹਿਲਾਵਾਂ ਦਾ ਕਹਿਣਾ ਸੀਗਾ, ਮਾਤਾ ਦਾ ਕਹਿਣਾ ਸੀਗਾ ਕਿ ਅਸੀਂ ਜਿਹੜਾ ਦੁੱਖੜਾ ਕਿੱਥੇ ਸੁਣਾਈਏ ਜਾ ਕੇ, ਅਗਰ ਜੇ ਅੱਜ ਪ੍ਰੋਬਲਮ ਰਹੀ ਹੈ ਉਹਨਾਂ ਦੀ ਪਿੱਠ ਦੀ, ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਹੀ ਹੋ ਰਿਹਾ, ਜੋ ਭਾਈ ਅੰਮ੍ਰਿਤਪਾਲ ਸਿੰਘ ਕਰ ਰਹੇ ਨੇ ਉਹ ਬਿਲਕੁਲ ਜਾਇਜ਼ ਹੈਗਾ। ਪਰ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ ਮੌਜੂਦ ਹਾਂ ਔਰ ਇੱਥੋਂ ਦੀ ਮੈਨੇਜਮੈਂਟ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ ਮੌਜੂਦ ਹਾਂ, ਤਾਂ ਇੱਥੋਂ ਦੇ ਮੈਨੇਜਰ ਜਰਨੈਲ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਤਾਂ ਇਹਨਾਂ ਤੋਂ ਵੀ ਜਾਣਾਂਗੇ ਕਿੰਨਾ ਸਹੀ ਹੈ ਜਾਂ ਕਿੰਨਾ ਗਲਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਭਾਈ ਅੰਮ੍ਰਿਤਪਾਲ ਦੇ ਬਿਆਨ ਨੂੰ, ਜਿਵੇਂ ਕਿ ਕੁਰਸੀਆਂ ਮੇਜ਼ ਜਿਹੜੇ ਜਲੰਧਰ ਦੇ ਵਿੱਚ ਵੀ ਮਾਡਲ ਟਾਊਨ ਦੇ ਵਿੱਚ ਹੋਇਆ, ਤਾਂ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ ਸਭ ਕੁਝ? ਇਹ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜਾ ਇਹ ਬਿਆਨ ਦੇ ਰਹੇ ਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਜਾਂ ਮੇਜ਼ ਨਹੀਂ ਲੱਗਣੇ ਚਾਹੀਦੇ, ਇਹ ਸਾਡੇ ਲਈ ਵੀ ਬੇਨਤੀ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਪਹਿਲਾਂ ਹੁਕਮਨਾਮਾ ਹੋਇਆ ਸੀ। ਉਹ ਹੁਕਮਨਾਮੇ ਦੇ ਵਿੱਚ ਕਿਹਾ ਗਿਆ ਸੀ ਵੀ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਉੱਥੇ ਇਹ ਕੁਰਸੀਆਂ ਨਹੀਂ ਲੱਗਣਗੀਆਂ। ਪਰ ਸੰਗਤਾਂ ਨੇ ਜਿਵੇਂ ਜਿੰਨੇ SGPC ਦੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਤਾਂ ਕਿਤੇ ਵੀ ਕੁਰਸੀਆਂ ਦਾ ਕੋਈ ਪ੍ਰਬੰਧ ਨਹੀਂ, ਨਾ ਕੁਰਸੀਆਂ ਲੱਗਦੀਆਂ ਨੇ। ਜਿੰਨੇ ਪ੍ਰਾਈਵੇਟ ਜਾਂ ਸੰਸਥਾਵਾਂ ਦੇ ਗੁਰਦੁਆਰਾ ਸਾਹਿਬ ਨੇ, ਸਿੰਘ ਸਭਾਵਾਂ ਦੇ ਨੇ, ਉਹਨਾਂ ਦੇ ਵਿੱਚ ਨਾ ਕਈਆਂ ਥਾਵਾਂ 'ਤੇ ਜਿਹੜੀਆਂ ਉਹ ਕੁਰਸੀਆਂ ਲੱਗੀਆਂ ਨੇ, ਉਹਨਾਂ ਕੁਰਸੀਆਂ ਨੂੰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਉਦੋਂ ਦਾ ਨਹੀਂ ਮੰਨਿਆ। ਹੁਣ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਇਹ ਬੀੜਾ ਚੁੱਕਿਆ, ਔਰ ਇਹ ਬੀੜਾ ਜਿਹੜਾ ਚੁੱਕਿਆ ਉਹਨਾਂ ਨੇ ਬਹੁਤ ਠੀਕ ਚੁੱਕਿਆ, ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਗੁਰੂ ਦੇ ਬਰਾਬਰ ਜਿਹੜਾ ਉਹ ਕੁਰਸੀਆਂ ਲਾ ਕੇ ਬੈਠਣਾ ਜਿਹੜਾ ਉਹ ਨਹੀਂ ਚਾਹੀਦਾ। ਔਰ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਕੀਤਾ ਹੈ ਬਹੁਤ ਵਧੀਆ ਕਰ ਰਹੇ ਨੇ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਹੈ ਉਹਦੇ 'ਤੇ ਜਿਹੜਾ ਉਹ ਅਮਲ ਕਰਾ ਰਹੇ ਨੇ। ਤੇ ਇਹ ਜਿਹੜੀਆਂ ਕੁਰਸੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਲੱਗਣੀਆਂ ਚਾਹੀਦੀਆਂ, ਔਰ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜਾ ਵਧੀਆ ਠੀਕ ਕੰਮ ਕਰ ਰਹੇ। ਬਾਬਾ ਜੀ ਕੁਝ ਲੋਕਾਂ ਦਾ ਜਿਵੇਂ ਸਵਾਲ ਰਹਿੰਦਾ ਹੈਗਾ, ਕਈ ਲੋਕ ਅਪਾਹਜ ਹੁੰਦੇ ਆ, ਕਈਆਂ ਤੋਂ ਤੁਰ ਨਹੀਂ ਸਕਦੇ, ਬੈਠ ਨਹੀਂ ਸਕਦੇ, ਤਾਂ ਉਹਨਾਂ ਦੇ ਵਾਸਤੇ ਜਿਹੜੇ ਇਹ ਪਹਿਲਾਂ ਲਗਾਏ ਗਏ ਸੀਗੇ ਜਿਹੜੇ ਮੈਂ ਕੁਰਸੀ ਲਾਈ ਦੇ ਪਿੱਛੇ ਦਾ, ਇਹਨਾਂ ਵੱਲੋਂ ਫਿਰ ਕੀ ਪ੍ਰਬੰਧ ਕੀਤੇ ਗਏ? ਹੁਣ ਇਹ ਕਿਸ ਤਰ੍ਹਾਂ ਕਹਿੰਦੇ ਨੇ ਕਿ ਉਹ ਕਿਵੇਂ ਬੈਠਣਗੇ? ਉਹਦੇ ਜਿਨ੍ਹਾਂ ਤੋਂ ਨਹੀਂ ਬੈਠਾ ਜਾਂਦਾ ਉਹਨਾਂ ਦਾ ਪਹਿਲਾਂ ਹੀ ਇਹਨਾਂ ਨੇ ਕਿਹਾ ਸੀ ਵੀ ਉਹਨਾਂ ਨੂੰ ਕਿਸੇ ਢੰਗ ਤਰੀਕੇ ਨਾਲ ਤੁਸੀਂ ਪਿੱਛੇ ਸਾਈਡ 'ਤੇ ਜਿਹੜਾ ਉਹਨੂੰ ਜਾਂ ਨੀਵਾਂ ਕਰਕੇ ਲਾ ਲਿਆ ਜਾਵੇ। ਉਹ ਜਦੋਂ ਉਹ ਬੈਠੇ, ਜੇ ਸੋਫੇ ਜਾਂ ਕੁਰਸੀ ਲਾਈ ਹੈ ਜਾਂ ਬੈਂਚ ਲਾਇਆ ਉਹਦੇ 'ਤੇ ਬੈਠੇ, ਤੇ ਉਹ ਜਿਹੜਾ ਸੰਗਤ ਦੇ ਬਰਾਬਰ ਹੀ ਜਿਹੜਾ ਹੈ ਉਹਨੂੰ ਉਹ ਸੰਗਤ ਦੇ ਬਰਾਬਰ ਦਿਸੇ। ਉਹਦਾ ਇਹ ਨਾ ਹੋਵੇ ਵੀ ਪਿੱਛੇ ਜਿਹੜਾ ਹੈ ਉਹ ਜਿਹੜੀ ਸੰਗਤ ਥੱਲੇ ਬੈਠੀ ਹੈ ਤੇ ਸੰਗਤ ਤੋਂ ਜਿਹੜਾ ਹੈ ਉਹ ਉੱਚਾ ਦਿਸੇ।
ਇੱਕ ਹੋਰ ਗੱਲ ਕਹੀ ਗਈ ਹੈ ਕਿ ਜਿਹੜੇ ਕੀਰਤਨ ਕਰਦੇ ਨੇ, ਸਿੰਘ ਕੀਰਤਨ ਕਰਦੇ ਨੇ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ, ਉਹਨਾਂ ਦੇ ਜਿਹੜੇ ਬੈਂਚ ਨੇ ਉਹ ਵੀ ਉੱਚੇ ਹੁੰਦੇ ਨੇ। ਇਹਦੇ ਉੱਤੇ ਵੀ ਕੋਈ ਗੌਰ ਹੋ ਰਹੀ ਹੈ ਜੀ ਤੁਹਾਡੇ ਵੱਲੋਂ? ਨਹੀਂ, ਬੈਂਚ ਉਹ ਉੱਚੇ ਨਹੀਂ ਹੁੰਦੇ ਜੀ। ਜਿਹੜਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਿਹੜੇ ਥੜਾ ਸਾਹਿਬ ਤੇ ਜਾਂ ਬੈਂਚ ਤੇ ਹੁੰਦਾ, ਜਿਹੜੇ ਰਾਗੀ ਸਿੰਘ ਵਾਲੇ ਬੈਂਚ ਨੇ ਨੀਵੇਂ ਹੁੰਦੇ ਨੇ। ਔਰ ਜਿਹੜੇ ਰਾਗੀ ਸਿੰਘ ਨੇ ਜਾਂ ਗ੍ਰੰਥੀ ਸਿੰਘ ਨੇ, ਇਹਨਾਂ ਨੇ ਤੇ ਗੁਰੂ ਦਾ ਜਸ ਜਿਹੜਾ ਗਾਉਣਾ ਹੁੰਦਾ, ਗੁਰੂ ਦੇ ਕੋਲੇ ਗੁਰੂ ਸ਼ਬਦ ਗੁਰੂ ਦਾ ਜਿਹੜਾ ਜਸ ਗਾਉਣਾ ਹੁੰਦਾ। ਜਦੋਂ ਕਿ ਇਹ ਜਿਹੜੇ ਕੁਰਸੀਆਂ ਤੇ ਬਹਿੰਦੇ ਨੇ, ਇਹ ਤਾਂ ਸ਼ਬਦ ਗੁਰੂ ਦਾ ਜਸ ਨਹੀਂ ਨਾ ਗਾਉਂਦੇ। ਜਿਹੜੇ ਰਾਗੀ ਸਿੰਘ ਨੇ ਉਹ ਸ਼ਬਦ ਗੁਰੂ ਦਾ ਜਿਹੜਾ ਉਹ ਜਸ ਗਾਉਂਦੇ ਨੇ। ਇਸ ਕਰਕੇ ਜਿਹੜਾ ਹੈ ਉਹ ਰਾਗੀ ਜਥਾ ਵੀ ਜਿਹੜਾ ਹੈ ਸੰਗਤ ਨਾਲੋਂ ਥੋੜਾ ਉੱਚਾ ਹੋਣਾ ਚਾਹੀਦਾ, ਕਿਉਂਕਿ ਉਹ ਗੁਰੂ ਦਾ ਜਸ ਜਿਹੜਾ ਗਾਉਂਦੇ ਨੇ। ਤਾਂ ਬਿਲਕੁਲ ਇਹ ਸਨ ਸਾਡੇ ਨਾਲ ਗੁਰਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਤੋਂ ਮੈਨੇਜਰ ਜਰਨੈਲ ਸਿੰਘ ਜੀ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ SGPC ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ, ਕਿਤੇ ਵੀ ਜਿਹੜਾ ਹੈਗਾ ਕੋਈ ਟੇਬਲ ਜਾਂ ਕੋਈ ਸੋਫਾ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਜਿੰਨੇ ਕੋਈ ਡੇਰੇ ਬਣੇ ਹੋਏ ਨੇ ਜਾਂ ਕੁਝ ਹੋਰ ਸੰਸਥਾਵਾਂ ਨੇ, ਤਾਂ ਉਹਨਾਂ ਦੇ ਵਿੱਚ ਜ਼ਰੂਰ ਇਹ ਚੀਜ਼ ਬਣੀ ਹੋਈ ਹੈ। ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਇਹ ਕਰ ਰਹੇ ਨੇ, ਉਹ ਬਿਲਕੁਲ ਇਸ ਤੋਂ ਵੀ ਸੰਤੁਸ਼ਟ ਨੇ, ਕਹਿੰਦੇ ਬਿਲਕੁਲ ਸਹੀ ਹੋ ਰਿਹਾ, ਕਿਉਂਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈਗਾ ਤਾਂ ਉਸ ਮਰਿਆਦਾ ਦੇ ਉੱਤੇ ਹੀ ਜਿਹੜਾ ਇਹ ਉਹ ਬੀੜਾ ਚੁੱਕ ਰਹੇ ਨੇ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਕ ਅਪਾਹਜ ਨੇ, ਬੈਠ ਨਹੀਂ ਸਕਦੇ, ਕਿਸੇ ਦੀ ਪਿੱਠ ਦੁਖਦੀ ਹੈ, ਤਾਂ ਉਹਨਾਂ ਨੇ ਇਹ ਦੱਸਿਆ ਕਿ ਬਿਲਕੁਲ ਬੈਕ ਸਾਈਡ ਦੇ ਉੱਤੇ ਬੇਸਮੈਂਟ ਬਣਾਈ ਜਾਵੇ, ਤਾਂ ਉੱਥੇ ਚੇਅਰ ਲਗਾ ਦੇਣ ਕਿ ਜਿਹੜਾ ਬੈਠਾ ਹੋਇਆ ਬੰਦਾ ਸੰਗਤ ਦੇ ਬਰਾਬਰ ਲੱਗੇ। ਤਾਂ ਇਹ ਸੋਚ ਹੈਗੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ। ਔਰ ਇਹਨਾਂ ਨੇ ਇਹ ਵੀ ਸਾਫ਼ ਤੌਰ ਤੇ ਕਿਹਾ ਹੈਗਾ ਕਿ ਜਿਹੜੇ ਲੋਕ ਇਸ ਚੀਜ਼ ਨੂੰ ਬੁਰਾ ਭਲਾ ਕਹਿੰਦੇ ਨੇ, ਉਹ ਗਲਤ ਹੈਗਾ, ਕਿਉਂਕਿ ਇਹ ਅਕਾਲ ਤਖਤ ਸਾਹਿਬ ਦਾ ਫਰਮਾਨ ਹੈਗਾ ਵੈ, ਹੁਕਮ ਹੈਗਾ ਵੈ ਕਿ ਬਿਲਕੁਲ ਗੁਰੂ ਸਾਹਿਬ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਹਮਦਰ TV। ਤਾਂ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਰਣਦੀਪ ਸਿੰਘ, ਪਟਿਆਲਾ।